Hello, my dear students. Welcome to Vidya English Classes. ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਲਿਟਰੇਰੀ ਟਰਮਸ ਡਿਸਕਸ ਕਰਨ ਜਾ ਰਹੇ ਹਾਂ। ਸਟੂਡੈਂਟਸ ਦੇ ਕਾਫੀ ਮੈਸੇਜ ਆ ਰਹੇ ਸੀਗੇ ਕਿ ਅਸੀਂ ਗ੍ਰਾਮਰ ਵੀ ਕਰ ਰਹੇ ਹਾਂਗੇ ਔਰ ਹਿਸਟਰੀ ਆਫ ਇੰਗਲਿਸ਼ ਲਿਟਰੇਚਰ, ਹਿਸਟਰੀ ਆਫ ਇੰਡੀਅਨ ਇੰਗਲਿਸ਼ ਲਿਟਰੇਚਰ ਵੀ ਅਸੀਂ ਕਰ ਰਹੇ ਹਾਂਗੇ, ਬਟ ਸਾਨੂੰ ਲਿਟਰੇਰੀ ਟਰਮਸ ਦੀ ਵੀ ਲੋੜ ਹੈ। ਸੋ ਉਹਨਾਂ ਦੇ ਲਈ ਖਾਸ ਇਹ ਵੀਡੀਓ ਹੈ ਜੋ ਕਿ ਘਰ ਬੈਠੇ ਹੀ ਸਟੱਡੀ ਕਰ ਰਹੇ ਨੇ, ਆਨਲਾਈਨ ਸਟੱਡੀ ਕਰ ਰਹੇ ਨੇਗੇ, ਤਾਂ ਤੁਸੀਂ ਵੀ ਇਹ ਸਟੱਡੀ ਕਰ ਸਕਦੇ ਹੋ। ਬਸ ਕਰਨਾ ਕੀ ਹੈ, ਸਿਰਫ ਇੰਨਾ ਕੀ ਕਰਨਾ ਕਿ ਤੁਸੀਂ ਜੋ ਵਿਦਿਆ ਇੰਗਲਿਸ਼ ਕਲਾਸਿਸ ਨਾਂ ਦਾ ਪੇਜ ਬਣਿਆ ਹੋਇਆ ਉਸ ਨੂੰ ਸਬਸਕ੍ਰਾਈਬ ਕਰਨਾ ਗਾ, ਵੀਡੀਓ ਲਾਈਕ ਕਰਨੀ ਆ, ਕਮੈਂਟ ਕਰਨੇ ਆ ਤੇ ਸ਼ੇਅਰ ਜ਼ਰੂਰ ਕਰਨੀ ਹੈ, ਕਿਉਂਕਿ ਤੁਹਾਡੇ ਨਾਲ ਬਾਕੀਆਂ ਦਾ ਫਾਇਦਾ ਹੋਵੇਗਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਲਿਟਰੇਰੀ ਟਰਮਸ ਜੋ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਪਲਾਟ, ਕੈਰੈਕਟਰ, ਨੋਬਲਾ ਐਂਡ ਪ੍ਰੋਟੈਗਨਿਸਟ। ਚਾਰੋਂ ਹੀ ਇਹ ਜੋ ਟਰਮਸ ਨੇਗੇ ਇੰਪੋਰਟੈਂਟ ਨੇਗੀਆਂ, ਇਹ ਚਾਰਾਂ ਬਿਨਾਂ ਹੀ ਸਾਡਾ ਨਹੀਂ ਸਰਨਾ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ, ਵਟ ਇਜ਼ ਅ ਪ੍ਰੋਟੈਗਨਿਸਟ ਔਰ ਹੂ ਇਜ਼ ਅ ਪ੍ਰੋਟੈਗਨਿਸਟ। ਜਨਰਲੀ ਅਸੀਂ ਪ੍ਰੋਟੈਗਨਿਸਟ ਨੂੰ ਕਹਿੰਦੇ ਹਾਂ ਕਿ ਪ੍ਰੋਟੈਗਨਿਸਟ ਇੱਕ ਹੀਰੋ ਹੁੰਦਾ ਹੈਗਾ। ਆਪਾਂ ਹੁਣ ਡਿਟੇਲ 'ਚ ਪੜ੍ਹਦੇ ਹਾਂ ਕੀ ਹੁੰਦਾ। ਹਾਂਜੀ, ਜਿੱਥੋਂ ਇਹ ਸੋਰਸ ਲਏ ਹੋਏ ਨੇਗੇ, ਇਹ ਉਹਦਾ ਸੋਰਸ ਮੈਂ ਹੇਠਾਂ ਦੇ ਚੁੱਕਿਆ, ਬਿਲਕੁਲ ਬਾਟਮ ਦੇ ਉੱਪਰ ਤੁਹਾਨੂੰ ਵਿਖ ਰਿਹਾ ਸੋਰਸ ਲਿਖਿਆ ਹੋਇਆ ਹੈਗਾ। ਤੁਸੀਂ ਜੇ ਹੋਰ ਡਿਟੇਲ ਲੈਣੀ ਚਾਹੁੰਦੇ ਹੋਗੇ ਇੱਥੇ ਇਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ, ਡਿਟੇਲ ਦੇ ਵਿੱਚ ਹੋਰ ਪੜ੍ਹ ਸਕਦੇ। ਸੋ ਪ੍ਰੋਟੈਗਨਿਸਟ ਕੀ ਹੈ? ਪ੍ਰੋਟੈਗਨਿਸਟ ਇਜ਼ ਜਸਟ ਅਨਦਰ ਵਰਡ ਫॉर ਮੇਨ ਕੈਰੈਕਟਰ। ਮੇਨ ਕੈਰੈਕਟਰ ਨੂੰ ਹੀ ਅਸੀਂ ਪ੍ਰੋਟੈਗਨਿਸਟ ਕਹਿੰਦੇ ਆ। ਦ ਸਟੋਰੀ ਸਰਕਲਸ ਅਰਾਊਂਡ this character's experience and the audience is invited to see the world from his or her perspective. So ਜੋ ਮੇਨ ਕੈਰੈਕਟਰ ਹੁੰਦਾ ਹੈਗਾ ਜਾਂ ਪ੍ਰੋਟੈਗਨਿਸਟ ਹੁੰਦਾ ਹੈਗਾ, ਸਾਰੀ ਜਿਹੜੀ ਸਟੋਰੀ ਹੈ ਉਹਦੇ ਆਲੇ ਦੁਆਲੇ ਹੀ ਘੁੰਮਦੀ ਹੈਗੀ, ਤੇ ਜੋ ਸਟੋਰੀ ਜਿਹੜੀ ਆਲੇ ਦੁਆਲੇ ਘੁੰਮਦੀ ਹੈਗੀ, ਸਾਨੂੰ ਪਤਾ ਲੱਗਦਾ ਕਿ ਕੈਰੈਕਟਰ ਦਾ ਐਕਸਪੀਰੀਅੰਸ ਕੀ ਹੈ। ਆਡੀਅנס ਨੂੰ ਵੀ ਇਨਵਾਈਟ ਕੀਤਾ ਜਾਂਦਾ ਕਿ ਦੇਖੋ ਵੀ ਰਾਈਟਰ ਜਿਹੜਾ ਪ੍ਰੋਟੈਗਨਿਸਟ ਹੈ ਕੀ ਕਹਿਣਾ ਚਾਹੁੰਦਾ ਹੈਗਾ। ਮਤਲਬ ਜਿਹੜੀ ਆਡੀਅנס ਹੈ ਜਾਂ ਰੀਡਰਸ ਨੇਗੇ, ਉਹ ਪ੍ਰੋਟੈਗਨਿਸਟ ਦੇ ਪੁਆਇੰਟ ਆਫ ਵਿਊ ਤੋਂ ਜਾਂ ਜੋ ਪ੍ਰੋਟੈਗਨਿਸਟ ਨਜ਼ਰੀਆ ਹੈ ਪ੍ਰੋਟੈਗਨਿਸਟ ਦਾ, ਜਾਂ ਪ੍ਰੋਟੈਗਨਿਸਟ ਜੋ ਵਿਖਾਉਣਾ ਚਾਹੁੰਦਾ ਹੈਗਾ, ਉਹੀ ਨਜ਼ਰੀਏ ਨੂੰ ਜਾਂ ਉਸੇ ਵਿਊ ਪੁਆਇੰਟ ਦੇ ਨਾਲ ਰੀਡਰ ਤੇ ਆਡੀਅנס ਵੇਖਦੀ ਹੈ ਕਿ ਕਹਾਣੀ ਦੇ ਵਿੱਚ ਕੀ ਹੋ ਰਿਹਾ ਹੈਗਾ। Note that the protagonist is not necessarily a good guy. ਜ਼ਰੂਰੀ ਨਹੀਂ ਹੈਗਾ ਪ੍ਰੋਟੈਗਨਿਸਟ ਇੱਕ ਚੰਗਾ ਗਾਇ ਹੋਵੇ, ਮਤਲਬ ਹੀਰੋ ਹੀ ਹੋਵੇ ਇਕੱਲਾ। Although most of the time the protagonist is some kind of hero, sometimes we see the whole story from the perspective of a villain. ਬੜੀ ਇੰਪੋਰਟੈਂਟ ਲਾਈਨ ਹੈਗੀ ਇਹ ਸਾਡੀ ਨਾ, ਜੋ ਮਿਸਕਨਸੈਪਸ਼ਨ ਹੈ ਕਿ ਜੇ ਪ੍ਰੋਟੈਗਨਿਸਟ ਹੁੰਦਾ ਹੀਰੋ ਹੀ ਹੁੰਦਾ। ਨਹੀਂ, ਪ੍ਰੋਟੈਗਨਿਸਟ ਇਕੱਲਾ ਹੀਰੋ ਨਹੀਂ ਹੁੰਦਾ ਹੈਗਾ। ਉਹ ਕਹਿੰਦੇ ਪ੍ਰੋਟੈਗਨਿਸਟ ਕਈ ਵਾਰ ਵਿਲਨ ਵੀ ਹੁੰਦਾ ਹੈਗਾ, ਕਿਉਂਕਿ ਸਾਰੀ ਕਹਾਣੀ ਵਿਲਨ ਦੇ ਪੁਆਇੰਟ ਆਫ ਵਿਊ ਤੋਂ ਕਹਿੰਦੇ। ਸੋ ਇੱਕ ਗੱਲ ਇੱਥੇ ਹੀ ਨੋਟ ਕਰਨ ਵਾਲੀ ਹੈ ਕਿ ਜਿਸ ਦੇ ਵਿਊ ਪੁਆਇੰਟ ਤੋਂ ਕਹਾਣੀ ਚੱਲਦੀ ਹੈਗੀ, ਜਿਹਦਾ ਵਿਊ ਪੁਆਇੰਟ ਨਾਲ ਸਾਨੂੰ ਸਟੋਰੀ ਸਮਝ ਆ ਰਹੀ ਹੈਗੀ ਕਿ ਸਟੋਰੀ ਕਿਹਦੇ ਬਾਰੇ ਆ, ਪਲਾਟ ਕਿਹਦੇ ਬਾਰੇ ਹੈਗਾ, ਤਾਂ ਉਹ ਜਿਹਦਾ ਨਜ਼ਰੀਆ ਹੁੰਦਾ ਹੈਗਾ ਉਹ ਪ੍ਰੋਟੈਗਨਿਸਟ, ਚਾਹੇ ਉਹ ਹੀਰੋ ਹੋਵੇ, ਚਾਹੇ ਉਹ ਵਿਲਨ ਹੋਵੇ, ਚਾਹੇ ਉਹ ਪ੍ਰੋਟੈਗਨਿਸਟ ਹੋਵੇ, ਚਾਹੇ ਐਂਟੈਗੋਨਿਸਟ ਹੋਵੇ, ਚਾਹੇ ਫੋਇਲ ਹੋਵੇ, ਚਾਹੇ ਕੋਈ ਵੀ ਕੈਰੈਕਟਰ ਹੋਵੇ। Most stories have only one protagonist, but it is entirely possible to have a story that weaves together multiple different perspectives. ਕਈ ਸਟੋਰੀਜ਼ ਹੁੰਦੀਆਂ ਜਿਹਦੇ ਵਿੱਚ ਇੱਕ ਹੀ ਪ੍ਰੋਟੈਗਨਿਸਟ ਹੁੰਦਾ, ਬਟ ਇਹ ਵੀ ਪੋਸੀਬਲ ਹੈ ਕਿ ਕਿਸੇ ਸਟੋਰੀ ਦੇ ਵਿੱਚ ਕਈ ਤਰ੍ਹਾਂ ਦੇ ਪਰਸਪੈਕਟਿਵਸ ਹੋਣ, ਇੱਕ ਹੀ ਪ੍ਰੋਟੈਗਨਿਸਟ ਦੁਆਰਾ ਕਈ ਨਜ਼ਰੀਏ ਦਿੱਤੇ ਗਏ ਹੋਣ, ਜਾਂ ਫਿਰ ਇੱਕ ਹੀ ਸਟੋਰੀ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਟੈਗਨਿਸਟ ਹੋਣ। ਇਹ ਵੀ ਪੋਸੀਬਲ ਹੈ। ਇਨ ਸੱਚ ਅ ਸਟੋਰੀ ਦ ਡਿਫਰੈਂਟ ਨੈਰੇਟਿਵ ਥ੍ਰੈਡਸ ਸ਼ੁੱਡ ਆਲ ਗੈਟ ਟਾਈਡ ਟੂਗੈਦਰ ਇਨ ਦ ਐਂਡ। ਪਰ ਇਸ ਤਰ੍ਹਾਂ ਦੀ ਸਟੋਰੀ ਦੇ ਵਿੱਚ ਕੀ ਹੁੰਦਾ ਹੈਗਾ, ਜੇ ਅਲੱਗ-ਅਲੱਗ ਪਰਸਪੈਕਟਿਵਸ ਵੀ ਹੈਗੇ ਨੇ, ਅਲੱਗ-ਅਲੱਗ ਆਈਡੀਆਜ਼ ਵੀ ਹੈਗੇ ਨੇ, ਅਲੱਗ-ਅਲੱਗ ਵਿਊ ਪੁਆਇੰਟਸ ਵੀ ਹੁੰਦੇ ਨੇ, ਪਰ ਸਟੋਰੀ ਜਦੋਂ ਐਂਡ ਹੁੰਦੀ ਹੈਗੀ, ਐਂਡਿੰਗ ਹੁੰਦੀ ਹੈ ਕਹਾਣੀ ਦੀ, ਸਟੋਰੀ ਦੀ, ਨੋਵਲ ਦੀ ਜਾਂ ਮੂਵੀ ਦੀ, ਕਿਸੇ ਦੀ ਵੀ ਐਂਡਿੰਗ ਹੁੰਦੀ ਹੈ, ਉਹ ਤੋਂ ਐਂਡਿੰਗ ਦੇ ਵਿੱਚ ਸਾਰੇ ਜਿਹੜੇ ਪਰਸਪੈਕਟਿਵਸ ਹੁੰਦੇ ਨੇਗੇ ਉਹ ਇਕੱਠੇ ਹੋ ਜਾਂਦੇ ਨੇ। ਹੁਣ ਕਿਹੜੇ ਟਾਈਪਸ ਨੇਗੀਆਂ ਪ੍ਰੋਟੈਗਨਿਸਟ ਦੀਆਂ? ਉਹ ਹੈਗੀਆਂ ਜਿਵੇਂ ਹੀਰੋ, ਐਂਟੀ ਹੀਰੋ, ਵਿਲਨ।
ਇਹ ਕੁਝ ਕੁ ਪ੍ਰੋਟੈਗਨਿਸਟ ਦੀਆਂ ਮੇਨ ਟਾਈਪਸ ਨੇਗੀਆਂ। ਜੇ ਤੁਸੀਂ ਇਹਨੂੰ ਡਿਟੇਲ 'ਚ ਪੜ੍ਹਨਾ ਚਾਹੁੰਦੇ ਹੋ, ਹੇਠਾਂ ਦਿੱਤਾ ਹੋਇਆ ਲਿੰਕ ਹੈ, ਸੋਰਸ ਲਿਖਿਆ ਹੋਇਆ, ਤਾਂ ਤੁਸੀਂ ਇੱਥੇ ਜਾ ਕੇ ਇਸ ਨੂੰ ਪੜ੍ਹ ਸਕਦੇ ਹੋ। ਨੈਕਸਟ ਟਰਮ ਜੋ ਅਸੀਂ ਕਰਨ ਜਾ ਰਹੇ ਹਾਂ, ਦੈਟ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਟਰਮ, although whether we are trying for or whether we are applying for UGC NET or just simple test or simple paper of English literature, ਚਾਹੇ ਇੰਗਲਿਸ਼ ਲਿਟਰੇਚਰ ਦੇ ਸਟੂਡੈਂਟ, ਚਾਹੇ UGC NET ਕਰ ਰਹੇ ਹਾਂ, ਚਾਹੇ ਅਸੀਂ ਮਾਸਟਰ ਕੇਡਰ ਇੰਗਲਿਸ਼ ਤਿਆਰੀ ਕਰ ਰਹੇ ਹਾਂ, ਸਾਨੂੰ ਪਲਾਟ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਸੋ ਪਲਾਟ ਕੀ ਹੁੰਦਾ? ਪਲਾਟ ਇਜ਼ ਅ ਲਿਟਰੇਰੀ ਟਰਮ ਯੂਜ਼ਡ ਟੂ ਡਿਸਕ੍ਰਾਈਬ ਦ ਇਵੈਂਟਸ that make up a story or the main part of a story। ਸੋ ਪਲਾਟ ਇੱਕ ਅਜਿਹੀ ਲਿਟਰੇਰੀ ਟਰਮ ਹੈ ਜਿਹੜੀ ਕਿ ਜਿਹੜੇ ਇਵੈਂਟਸ ਹੋ ਰਹੇ ਨੂੰ ਡਿਸਕ੍ਰਾਈਬ ਕਰਦੀ ਹੈ। ਕਿਹੜੇ ਇਵੈਂਟਸ? that make up a story, ਉਹ ਸਾਰੇ ਇਵੈਂਟਸ ਜਿਹੜੇ ਇਕੱਠੇ ਹੋ ਕੇ ਇੱਕ ਕਹਾਣੀ ਬਣਾਉਂਦੇ ਨੇਗੇ, or the main part of the story ਜਾਂ ਫਿਰ ਮੇਨ ਪਾਰਟ ਹੁੰਦਾ। ਜ਼ਿਆਦਾ ਕਹਾਣੀ ਦੇ ਵਿੱਚ, ਸਟੋਰੀ ਦੇ ਵਿੱਚ, ਬੁੱਕ ਦੇ ਵਿੱਚ ਛੋਟੇ ਛੋਟੇ ਇਵੈਂਟਸ ਹੁੰਦੇ ਨੇਗੇ। ਉਹ ਇਵੈਂਟਸ ਨੂੰ ਜਦੋਂ ਅਸੀਂ ਇਕੱਠਾ ਕਰ ਦਿੰਦੇ ਹਾਂ ਕਿ ਤਾਂ ਇੱਕ ਪਲਾਟ ਬਣ ਜਾਂਦੀ ਹੈ, ਇੱਕ ਕੰਪਲੀਟ ਸਟੋਰੀ ਬਣ ਜਾਂਦੀ ਹੁੰਦੀ ਹੈ। ਸਮਝ ਗਏ? these events relate to each other in a pattern or a sequence। ਜਿਹੜੇ ਇਹ ਇਵੈਂਟਸ ਹੁੰਦੇ ਨੇਗੇ ਇਹ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇਗੇ, ਇੱਕ ਸੀਕੁਐਂਸ ਦੇ ਵਿੱਚ ਬਣੇ ਹੁੰਦੇ ਨੇਗੇ। ਜਿਵੇਂ ਪਹਿਲਾਂ ਫਰਸਟ ਐਕਸ਼ਨ, ਸੈਕੰਡ ਐਕਸ਼ਨ, ਥਰਡ ਐਕਸ਼ਨ। ਜਿਵੇਂ ਟ੍ਰੈਜਡੀ ਹੁੰਦੀ ਹੈ, ਜਿਵੇਂ ਟ੍ਰੈਜਡੀ ਵਿੱਚ ਕੀ ਸਾਰੇ ਐਕਸ਼ਨ ਜਿਹੜੇ ਹੁੰਦੇ ਨੇ ਚੇਨ ਸਿਸਟਮ ਦੇ ਵਾਂਗ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇ। ਉਵੇਂ ਪਲਾਟ ਜਿਹੜਾ ਹੁੰਦਾ ਹੈਗਾ ਟ੍ਰੈਜਡੀ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਪਲਾਟ। ਕੱਲਾ ਟ੍ਰੈਜਡੀ ਦਾ ਨਹੀਂ, ਕੋਈ ਵੀ ਜੋ ਲਿਟਰੇਰੀ ਰਾਈਟਿੰਗ ਹੈ, ਵਰਕ ਹੈ, ਉਹਦੇ ਵਿੱਚ ਪਲਾਟ ਜੇ ਵਧੀਆ ਹੈ ਤਾਂ ਕਹਾਣੀ ਉਹ ਸਕਸੈਸਫੁਲ ਹੁੰਦੀ ਹੈਗੀ, ਉਹ ਬੁੱਕ, ਉਹ ਵਰਕ ਸਕਸੈਸਫੁਲ ਹੁੰਦਾ ਹੈਗਾ। ਛੋਟੇ ਛੋਟੇ ਇਵੈਂਟਸ ਜੁੜ ਕੇ ਜਿਹੜੇ ਆਪਾਂ ਸੀਕੁਐਂਸ ਦੇ ਵਿੱਚ ਜੋੜ ਦਿੰਦੇ ਹੈਗੇ ਉਹਨਾਂ ਨੂੰ ਆਪਾਂ, ਤਾਂ ਅਸੀਂ ਉਸ ਨੂੰ ਪਲਾਟ ਕਹਿੰਦੇ ਹੈਗੇ। ਅੱਗੇ ਹੈ, the structure of a novel depends on the organization of events in the plot of a story। ਜਿਹੜੀ ਨੋਵਲ ਦੀ ਸਟਰਕਚਰ ਹੁੰਦੀ ਹੈ ਡਿਪੈਂਡ ਕਿਹਦੇ ਉੱਪਰ ਕਰਦੀ ਹੁੰਦੀ ਹੈ? ਡਿਪੈਂਡ ਕਰਦੀ ਹੁੰਦੀ ਹੈਗੀ ਕਿ ਕਿਵੇਂ ਕਹਾਣੀ ਦੇ ਵਿੱਚ ਪਲਾਟ ਨੂੰ ਆਰਗੇਨਾਈਜ਼ ਕੀਤਾ ਹੋਇਆ ਹੈਗਾ, ਕਿਵੇਂ ਉਹਨੂੰ ਸੰਗਠਿਤ ਕੀਤਾ ਹੋਇਆ ਹੈਗਾ, ਕਿਵੇਂ ਉਹਨੂੰ ਆਰਗੇਨਾਈਜ਼ ਕੀਤਾ ਹੋਇਆ ਹੈ। ਪਲਾਟ ਇਜ਼ ਨੋਨ ਐਜ਼ ਅ ਫਾਊਂਡੇਸ਼ਨ ਆਫ ਅ ਨੋਵਲ ਔਰ ਅ ਸਟੋਰੀ ਅਰਾਊਂਡ ਵਿਚ ਦ ਕੈਰੈਕਟਰਸ ਐਂਡ ਸੈਟਿੰਗ ਆਰ ਬਿਲਟ। ਬਹੁਤ ਇੰਪੋਰਟੈਂਟ ਲਾਈਨ ਹੈਗਾ। ਸੋ ਪਲਾਟ ਅਕਸਰ ਕੀ ਹੁੰਦਾ ਹੈਗਾ? ਪਲਾਟ ਨੋਵਲ ਦਾ ਫਾਊਂਡੇਸ਼ਨ ਹੁੰਦਾ, ਨੋਵਲ ਦਾ ਇੱਕ ਥੰਮ ਹੁੰਦਾ ਹੈਗਾ। ਥੰਮ ਕਿਵੇਂ ਹੁੰਦਾ ਹੈਗਾ? ਕਿਉਂਕਿ ਜੇ ਨੋਵਲ ਹੀ ਇੱਕ ਚੀਜ਼ ਹੁੰਦੀ ਹੈ ਜਿਹਦੇ ਆਲੇ ਦੁਆਲੇ ਸਾਰੀ ਜਿਹੜੀ ਕਹਾਣੀ ਹੁੰਦੀ ਹੈਗੀ, ਕੈਰੈਕਟਰ ਹੁੰਦੇ ਆ, ਸੈਟਿੰਗ ਹੁੰਦੇ ਨੇਗੇ, ਉਹ ਕੀ ਕਰਦੇ ਨੇਗੇ? ਬਿਲਟ ਹੁੰਦੇ ਨੇਗੇ। ਅਗਰ ਪਲਾਟ ਚੰਗਾ ਹੈਗਾ ਤਾਂ ਕਹਾਣੀ ਵਧੀਆ ਹੋਊਗੀ, ਸਭ ਕੁਝ ਠੀਕ ਹੋਊਗਾ। ਉਸ ਤੋਂ ਬਾਅਦ ਹੈ, ਦੇਖੋ ਜੀ ਉਸ ਤੋਂ ਬਾਅਦ ਕੀ ਵਿਖ ਰਿਹਾ ਸਾਨੂੰ? ਇਟ ਇਜ਼ ਮੈਂਟ ਟੂ ਆਰਗੇਨਾਈਜ਼ ਇਨਫੋਰਮੇਸ਼ਨ ਐਂਡ ਇਵੈਂਟਸ ਇਨ ਅ ਲੌਜੀਕਲ ਮੈਨਰ। ਇਹ ਵੀ ਜ਼ਰੂਰੀ ਹੈ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਲੌਜੀਕਲੀ ਉਹਨੂੰ ਇਕੱਠਾ ਕਰੀਏ ਉਹਨੂੰ। when writing the plot of a piece or literature the author has to be careful that it does not dominate the other parts of the story। ਧਿਆਨ ਰੱਖਣਾ ਚਾਹੀਦਾ ਕਿ ਜਦੋਂ ਪਲਾਟ ਨੂੰ ਲਿਖਣਾ ਹੈਗਾ ਲਿਟਰੇਚਰ ਦੇ ਵਿੱਚ, ਕਿਸੇ ਵਰਕ ਦੇ ਜੋ ਪਲਾਟ ਨੂੰ ਲਿਖਿਆ ਜਾ ਰਿਹਾ ਹੈਗਾ, ਤਾਂ ਆਥਰ ਨੂੰ ਬੜਾ ਕੇਅਰਫੁਲ ਰਹਿਣਾ ਪੈਂਦਾ ਹੁੰਦਾ ਕਿ it does not dominate the other part of the story, ਕਿ ਕਹਾਣੀ ਦੇ ਜਿਹੜੇ ਬਾਕੀ ਪੱਖ ਨੇ ਕਿਤੇ ਪਲਾਟ ਉਹਨੂੰ ਡੋਮੀਨੇਟ ਨਾ ਕਰਨ। ਜਿਵੇਂ ਇਮੋਸ਼ਨਸ ਵਿਖਾਉਣਾ ਚਾਹੁੰਦਾ ਰਾਈਟਰ ਕੋਈ, ਜਾਂ ਕਿਸੇ ਖਾਸ ਤਰ੍ਹਾਂ ਦੇ ਆਈਡੀਆਜ਼ ਐਕਸਪ੍ਰੈਸ ਕਰਨਾ ਚਾਹੁੰਦਾ ਹੈਗਾ, ਜਾਂ ਕੋਈ ਖਾਸ ਤਰ੍ਹਾਂ ਦਾ ਥੀਮ, ਮੂਡ ਸੈੱਟ ਕਰਨਾ ਚਾਹੁੰਦਾ ਹੈਗਾ, ਕਿਤੇ ਇਹ ਨਾ ਹੋਵੇ ਕਿ ਪਲਾਟ ਦੇ ਉੱਪਰ ਹੀ ਸਾਰਾ ਜ਼ੋਰ ਲੱਗ ਜਾਵੇ। ਪਲਾਟ ਇੱਕ ਅਹਿਮ ਹਿੱਸਾ ਹੈਗਾ, ਨੋ ਡਾਊਟ, ਫਾਊਂਡੇਸ਼ਨ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਜਿਹੜੇ ਬਾਕੀ ਹਿੱਸੇ ਨੂੰ ਇਗਨੋਰ ਕਰਨਾ ਨਹੀਂ। ਸੋ ਕੁਝ ਕੁ ਇੰਪੋਰਟੈਂਟ ਪਾਰਟ ਨੇਗੇ ਪਲਾਟ ਦੇ ਜਿਹੜੇ ਕਿ ਸਾਨੂੰ ਧਿਆਨ ਰੱਖਣੇ ਚਾਹੀਦੇ ਨੇ। ਕਿਹੜੇ? ਜਿਵੇਂ ਰਾਈਜ਼ਿੰਗ ਐਕਸ਼ਨ ਹੋ ਗਿਆ, ਪਹਿਲਾਂ ਐਕਸਪੋਜੀਸ਼ਨ ਹੋ ਗਈ, ਜਿਵੇਂ ਕਹਾਣੀ ਸਟਾਰਟ ਹੋਈ ਹੈਗੀ, ਰਾਈਜ਼ਿੰਗ ਐਕਸ਼ਨ, ਕਹਾਣੀ ਅੱਗੇ ਵੱਧ ਰਹੀ ਹੈ, ਫਿਰ ਕਲਾਈਮੈਕਸ ਆ ਜਾਂਦਾ ਵੀ ਹਾਏ ਆਹ ਕੀ ਹੋ ਗਿਆ, ਜਿਹਨੂੰ ਅਸੀਂ ਕਥਾਰਸਿਸ ਵੀ ਬੋਲਦੇ ਆਂਗੇ। ਪਿਊਰੀਫਿਕੇਸ਼ਨ ਜਾਂ ਪਰਗੇਸ਼ਨ, ਪਿਊਰੀਫਿਕੇਸ਼ਨ ਕਹਿ ਲਓ ਇੱਥੇ, ਜਾਂ ਇਹਨੂੰ ਪਰਗੇਸ਼ਨ ਆਫ ਫੀਅਰ ਵੀ ਕਹਿ ਦਿੰਦੇ ਅਸੀਂ ਇਸ ਨੂੰ। ਫਿਰ ਫਾਲਿੰਗ ਐਕਸ਼ਨ ਹੁੰਦਾ ਹੈਗਾ ਜਦੋਂ ਰਿਜ਼ਲਟ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਲਾਸਟ ਵਿੱਚ ਰੈਜ਼ੋਲੂਸ਼ਨ ਦਾ ਮਤਲਬ ਕੀ ਹੁੰਦਾ ਹੈਗਾ? ਰੈਜ਼ੋਲੂਸ਼ਨ ਮਤਲਬ ਹੁੰਦਾ ਕਿ ਡੈਨੂਮੈਂਟ ਹੋ ਗਿਆ। ਡੈਨੂਮੈਂਟ ਮਤਲਬ ਕੀ ਹੁੰਦਾ? ਬਹੁਤ ਇੰਪੋਰਟੈਂਟ ਪੁਆਇੰਟ ਹੈ ਵੀ ਡੈਨੂਮੈਂਟ ਦਾ ਮਤਲਬ ਹੁੰਦਾ ਐਂਡਿੰਗ ਹੋਣੀ। ਸੋ ਇਹਨੂੰ ਜੇ ਅਸੀਂ ਹੋਰ ਡਿਟੇਲ 'ਚ ਪੜ੍ਹਨਾ ਚਾਹੁੰਦੇ ਹਾਂ, ਸੋਰਸ ਤੁਹਾਡੇ ਕੋਲ ਦਿੱਤਾ ਹੋਇਆ ਹੈਗਾ, ਤੁਸੀਂ ਪੜ੍ਹ ਸਕਦੇ ਹੋ। ਜੋ ਨੈਕਸਟ ਟਰਮ ਹੈ ਅਗੇਨ ਇੰਪੋਰਟੈਂਟ ਹੈ ਕੈਰੈਕਟਰ। ਹੁਣੇ ਆਪਾਂ ਪੜ੍ਹ ਕੇ ਆਏ ਹੈਗੇ ਕਿ ਕੈਰੈਕਟਰ ਪਲਾਟ ਦਾ ਵੀ ਅਹਿਮ ਹਿੱਸਾ ਨੇ ਤੇ ਇਹ ਪ੍ਰੋਟੈਗਨਿਸਟ ਵੀ ਹੁੰਦਾ ਹੈਗਾ। ਕੀ ਹੁੰਦਾ ਕੈਰੈਕਟਰ? ਅ ਕੈਰੈਕਟਰ ਇਜ਼ ਅ ਪਰਸਨ, ਐਨੀਮਲ, ਬੀਇੰਗ, ਕ੍ਰੀਏਚਰ ਔਰ ਥਿੰਗ ਇਨ ਅ ਸਟੋਰੀ। ਸੋ ਕਿਸੇ ਵੀ ਕਹਾਣੀ ਦੇ ਵਿੱਚ
ਚਾਹੇ ਉਹ ਇਨਸਾਨ ਹੈ, ਚਾਹੇ ਜਾਨਵਰ ਹੈ, ਚਾਹੇ ਕੋਈ ਵੀ ਜੀਵ ਹੈ, ਕੋਈ ਵੀ ਜੀਵ ਜੰਤੂ ਹੈ ਜਾਂ ਕੋਈ ਚੀਜ਼ ਹੈ, ਉਹ ਕੈਰੈਕਟਰ ਹੁੰਦਾ ਹੈ। ਰਾਈਟਰਸ ਯੂਜ਼ ਕੈਰੈਕਟਰਸ ਟੂ ਪਰਫਾਰਮ ਦ ਐਕਸ਼ਨਸ ਐਂਡ ਸਪੀਕ ਡਾਇਲੌਗ। ਰਾਈਟਰਸ ਕੈਰੈਕਟਰ ਨੂੰ ਕਿਵੇਂ ਯੂਜ਼ ਕਰਦੇ ਆ, ਯੂਜ਼ ਕਿਵੇਂ ਕਰਦੇ ਨੇਗੇ ਕਿ ਜਿਹੜੇ ਕੈਰੈਕਟਰ ਹੁੰਦੇ ਨੇਗੇ ਉਹ ਕਹਾਣੀ ਦੇ ਵਿੱਚ, ਨਾਵਲ ਦੇ ਵਿੱਚ ਕੀ ਕਰਦੇ ਨੇ, ਐਕਸ਼ਨ ਕਰਦੇ ਨੇਗੇ, ਬੋਲਦੇ ਨੇ, ਡਾਇਲੌਗ ਬੋਲਦੇ ਨੇਗੇ, ਮੂਵਿੰਗ ਦਾ ਸਟੋਰੀ ਅਲੋਂਗ। ਪਲਾਟ ਲਾਈਨ, ਪਲਾਟ ਜਿਵੇਂ ਹੁਣ ਆਪਾਂ ਡਿਸਕਸ ਕਰ ਰਹੇ ਹਾਂਗੇ, ਸੋ ਕਹਾਣੀ ਦੇ ਵਿੱਚ ਪਲਾਟ ਦੇ ਨਾਲ ਨਾਲ ਜਾਂ ਪਲਾਟ ਦੇ ਵਿੱਚ ਕੈਰੈਕਟਰ ਚੱਲਦੇ ਰਹਿੰਦੇ। ਪਲਾਟ ਦੇ ਵਿੱਚ ਇਵੈਂਟ ਸੀਗੇ ਤੇ ਇਵੈਂਟ ਦੇ ਵਿੱਚ ਕੈਰੈਕਟਰਸ ਹੁੰਦੇ ਨੇਗੇ। ਅ ਸਟੋਰੀ ਕੈਨ ਹੈਵ ਓਨਲੀ ਵਨ ਕੈਰੈਕਟਰ ਐਂਡ ਸਟਿਲ ਵੀ ਅ ਕੰਪਲੀਟ ਸਟੋਰੀ। ਹੋ ਸਕਦਾ ਇੱਕ ਸਟੋਰੀ ਸਿਰਫ ਇੱਕ ਕੈਰੈਕਟਰ ਹੋਵੇ, ਜਿਹਨੂੰ ਅਸੀਂ ਪ੍ਰੋਟੈਗਨਿਸਟ ਕਹਾਂਗੇ, ਚਾਹੇ ਹੀਰੋ ਵੀ ਹੋ ਸਕਦਾ, ਵਿਲਨ ਵੀ ਹੋ ਸਕਦਾ ਹੈਗਾ ਉਹ, ਪਰ ਫਿਰ ਵੀ ਸਟੋਰੀ ਕੰਪਲੀਟ ਹੋ ਸਕਦੀ ਹੈ। ਦਿਸ ਕੈਰੈਕਟਰਸ ਕਨਫਲਿਕਟ ਮੇ ਬੀ ਐਨ ਇਨਰ ਵਨ। ਜਿਹੜਾ ਕੈਰੈਕਟਰ ਹੈ ਉਹਦਾ ਵਿੱਚ ਕਨਫਲਿਕਟ, ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ, ਕਨਫਲਿਕਟ ਕੀ ਹੁੰਦਾ ਹੈਗਾ, ਕਨਫਿਊਜ਼ਨ ਹੁੰਦੀ ਹੈਗੀ। ਕਨਫਲਿਕਟ ਅੰਦਰਲਾ ਤੇ ਬਾਹਰਲਾ ਵੀ ਹੁੰਦਾ, ਇੰਟਰਨਲ ਵੀ ਹੁੰਦਾ, ਐਕਸਟਰਨਲ ਵੀ ਹੋ ਸਕਦਾ। ਸੋ ਜਿਹੜਾ ਕੈਰੈਕਟਰ ਦਾ ਕਨਫਲਿਕਟ ਹੈ ਉਹ ਇਨਰ ਵੀ ਹੋ ਸਕਦਾ, ਮਤਲਬ ਉਹਦੇ ਆਪਣੇ ਆਪ ਦੇ ਨਾਲ ਵੀ ਲੜਾਈ ਹੋ ਸਕਦੀ ਹੈਗੀ। ਦਿਲ ਕੁਛ ਹੋਰ ਕਹਿ ਰਿਹਾ, ਦਿਮਾਗ ਕੁਛ ਹੋਰ ਹੈ, ਇਹ ਵੀ ਹੋ ਸਕਦਾ। ਪਰ ਅ ਕਨਫਲਿਕਟ ਵਿਦ ਸਮਥਿੰਗ ਨੈਚੁਰਲ ਜਾਂ ਕੁਦਰਤ ਦੇ ਨਾਲ ਵੀ ਉਹਦਾ ਕਨਫਲਿਕਟ ਹੋ ਸਕਦਾ ਹੈਗਾ। ਸੱਚ ਐਜ਼ ਕਲਾਈਮਿੰਗ ਅ ਮਾਊਂਟੇਨ, ਜਿਵੇਂ ਮਾਊਂਟੇਨ ਦੇ ਬੰਦਾ ਕੋਈ ਚੜ੍ਹਨਾ ਚਾਹ ਰਿਹਾ ਹੈਗਾ ਬਟ ਚੜ੍ਹਿਆ ਨਹੀਂ ਜਾ ਰਿਹਾ ਹੈਗਾ, ਕੋਸ਼ਿਸ਼ ਕਰ ਰਿਹਾ, ਸੋ ਉੱਥੇ ਕਨਫਲਿਕਟ ਚੱਲ ਰਿਹਾ। ਸੋ ਕਨਫਲਿਕਟ ਜਿਹੜਾ ਮੇਨ ਕੈਰੈਕਟਰ ਹੁੰਦਾ ਹੈਗਾ ਜਾਂ ਕੈਰੈਕਟਰ ਦੇ ਵਿੱਚ ਹੁੰਦਾ ਹੀ ਹੁੰਦਾ ਹੈਗਾ, ਜ਼ਰੂਰੀ ਹੈ ਹੋਣਾ ਹੈ। ਮੋਸਟ ਸਟੋਰੀਜ਼ ਹੈਵ ਮਲਟੀਪਲ ਕੈਰੈਕਟਰਸ ਇੰਟਰੈਕਟਿੰਗ। ਵੈਸੇ ਤਾਂ ਜਿਹੜੀ ਜ਼ਿਆਦਾਤਰ ਸਟੋਰੀਜ਼ ਹੁੰਦੇ ਉਹਦੇ ਕਈ ਤਰ੍ਹਾਂ ਦੇ ਕੈਰੈਕਟਰਸ ਹੁੰਦੇ ਨੇ ਜਿਹੜੇ ਇੱਕ ਨਾਲ ਇੰਟਰੈਕਟ ਕਰ ਰਹੇ ਹੁੰਦੇ ਨੇ, ਵਿਦ ਵਨ ਆਫ ਦੈਮ ਐਜ਼ ਅ ਐਂਟੈਗੋਨਿਸਟ ਕਾਜ਼ਿੰਗ ਅ ਕਨਫਲਿਕਟ ਫॉर द ਪ੍ਰੋਟੈਗਨਿਸਟ। ਤੇ ਅਕਸਰ ਹੀ ਇੱਕ ਕੈਰੈਕਟਰ ਜਿਹਨੂੰ ਕਿ ਐਂਟੈਗੋਨਿਸਟ ਕਿਹਾ ਜਾਂਦਾ, ਕੀ ਹੁੰਦਾ ਐਂਟੈਗੋਨਿਸਟ, ਇਹ ਪ੍ਰੋਟੈਗਨਿਸਟ ਦੇ ਬਿਲਕੁਲ ਓਪੋਜ਼ਿਟ ਹੁੰਦਾ ਹੈਗਾ, ਪ੍ਰੋਟੈਗਨਿਸਟ ਦੇ ਨਾਲ ਕਨਫਲਿਕਟ ਕ੍ਰੀਏਟ ਕਰਦਾ। ਮਤਲਬ ਜਿਵੇਂ ਹੀਰੋ ਤੇ ਵਿਲਨ ਹੁੰਦੇ ਨੇਗੇ, ਵੀ ਹੀਰੋ ਤੇ ਵਿਲਨ ਅਕਸਰ ਹੀ ਉਹਨਾਂ 'ਚ ਕਨਫਲਿਕਟ ਹੁੰਦਾ ਹੈ। ਦ ਟਾਈਪਸ ਆਫ ਕੈਰੈਕਟਰਸ ਆਰ, ਕੈਰੈਕਟਰ ਦੇ ਕਈ ਟਾਈਪਸ ਨੇ, ਪ੍ਰੋਟੈਗਨਿਸਟ, ਐਂਟੈਗੋਨਿਸਟ, ਇਹ ਵੈਸੇ ਮੇਨ ਨੇਗੇ। ਇਹ ਨਾ ਮੇਜਰ ਟਾਈਪਸ ਹੁੰਦੀਆਂ ਨੇ, ਇੱਕ ਮਾਈਨਰ ਟਾਈਪਸ ਹੁੰਦੀਆਂ। ਮੇਜਰ ਟਾਈਪਸ ਕਿਹੜੀਆਂ ਹੁੰਦੀਆਂ ਨੇ ਕੈਰੈਕਟਰ ਦੀਆਂ, ਪ੍ਰੋਟੈਗਨਿਸਟ ਤੇ ਐਂਟੈਗੋਨਿਸਟ। ਜਿਹੜੇ ਬਾਕੀ ਨੇਗੀਆਂ ਜਿਵੇਂ ਫੋਇਲ, ਵਿਲਨ, ਸਟੈਟਿਕ, ਡਾਇਨਾਮਿਕ, ਰਾਊਂਡ ਐਂਡ ਫਲੈਟ ਕੈਰੈਕਟਰਸ, ਇਹ ਕੀ ਹੁੰਦੇ ਨੇਗੇ, ਇਹ ਮਾਈਨਰ ਦੇ ਵਿੱਚ ਆ ਜਾਂਦੀਆਂ ਨੇ। ਇਹਦੇ ਵਿੱਚ ਨਾ ਆਹ ਡਿਸਕਸ ਕਰਨਾ ਜ਼ਰੂਰੀ ਹੈਗਾ, ਰਾਊਂਡ ਤੇ ਫਲੈਟ ਕੈਰੈਕਟਰ ਨੂੰ ਲਿਖ ਵੀ ਦੇਣਾ। ਰਾਊਂਡ ਕੈਰੈਕਟਰ ਹੁੰਦਾ ਜਿਹੜਾ ਕਿ ਕਹਾਣੀ ਦੇ ਵਿੱਚ ਸਿਚੁਏਸ਼ਨ ਦੇ ਅਕੋਰਡਿੰਗ ਬਦਲਦਾ ਰਹਿੰਦਾ ਹੈਗਾ, ਚੇਂਜ ਹੁੰਦਾ ਰਹਿੰਦਾ। ਜਿਸ ਤਰ੍ਹਾਂ ਕਿ ਅਸੀਂ ਹੀਰੋ ਨੂੰ ਕਹਿ ਦਿੰਦੇ ਹੈਗੇ, ਸਟਾਰਟਿੰਗ ਕੁਛ ਹੋਰ ਹੁੰਦੀ ਹੈ, ਐਂਡਿੰਗ ਕੁਛ ਹੋਰ ਹੁੰਦੀ ਹੈ। ਪਰ ਸਟੈਟਿਕ ਕੈਰੈਕਟਰ ਹੁੰਦਾ ਜਿਹੜਾ ਕਿ ਬਿਗਨਿੰਗ ਤੋਂ ਲੈ ਕੇ ਐਂਡਿੰਗ ਤੱਕ ਸੇਮ ਰਹਿੰਦਾ ਹੈਗਾ। ਜੇ ਕਮੇਡੀਅਨ ਹੈ ਤਾਂ ਕਮੇਡੀਅਨ ਹੀ ਹੈ, ਅਗਰ ਉਹ ਕੋਈ ਵਿਲਨ ਹੈ, ਕਰੂਅਲ ਹੈ, ਉਹ ਐਕਸਪਲੋਇਟੇਟਿਵ ਹੈ, ਉਹੀ ਹੈ, ਸਟਾਰਟਿੰਗ 'ਚ ਵੀ ਸੀਗਾ, ਲਾਸਟ ਵਿੱਚ ਵੀ ਹੈ, ਉਹਨੂੰ ਅਸੀਂ ਬੋਲਦੇ ਫਲੈਟ ਕੈਰੈਕਟਰ। ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ, ਜਿਹੜਾ ਕਿ ਸਿਚੁਏਸ਼ਨ ਦੇ ਅਕੋਰਡਿੰਗ ਚੇਂਜ ਹੁੰਦਾ, ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਸੇਮ ਰਹਿੰਦਾ ਫਲੈਟ ਕੈਰੈਕਟਰ, ਤੇ ਜਿਹੜਾ ਚੇਂਜ ਹੋ ਜਾਂਦਾ ਸਿਚੁਏਸ਼ਨ ਦੇ ਅਕੋਰਡਿੰਗ ਉਹ ਹੁੰਦਾ ਰਾਊਂਡ ਕੈਰੈਕਟਰ। ਬਾਕੀ ਸੋਰਸ ਦਿੱਤਾ ਹੋਇਆ ਹੈਗਾ, ਡਿਟੇਲ ਤੁਸੀਂ ਇੱਥੇ ਪੜ੍ਹ ਸਕਦੇ ਹੋ। ਜੋ ਨੈਕਸਟ ਟਰਮ ਹੈ ਨੋਵੈਲਾ, ਬੜੀ ਈਜ਼ੀ ਟਰਮ ਹੈ। ਕੀ ਹੁੰਦੀ ਆ, ਦ ਨੋਵੈਲਾ ਇਜ਼ ਅ ਲਿਟਰੇਰੀ ਜਨਰ, ਜਨਰ ਮੀਨਸ ਟਾਈਪ ਆਫ ਰਿਟਨ ਫਿਕਸ਼ਨ। ਫਿਕਸ਼ਨ ਦੀ ਹੀ ਇਹ ਇੱਕ ਟਾਈਪ ਹੈ, ਜਨਰ ਹੈ ਇਹ। We can broadly say that a novel is shorter than a full length novel but longer than a short story। ਇਹ ਗੱਲ ਨੋਟ ਕਰਨ ਵਾਲੀ ਹੈ। ਨੋਵਲਾ ਨੋਵਲ ਤੋਂ ਜਿਹੜਾ ਮੇਨ ਨੋਵਲ ਹੁੰਦਾ, ਨੋਵਲ ਤੋਂ ਛੋਟਾ ਹੁੰਦਾ ਪਰ ਸ਼ਾਰਟ ਸਟੋਰੀ ਤੋਂ ਵੱਡਾ ਹੁੰਦਾ। ਆਈ ਰਿਪੀਟ, ਨੋਵਲਾ ਨੋਵਲ ਤੋਂ ਛੋਟਾ ਤੇ ਸ਼ਾਰਟ ਸਟੋਰੀ ਤੋਂ ਵੱਡਾ ਹੁੰਦਾ। ਦੇ ਆਰ ਟਿਪੀਕਲੀ ਅਬਾਊਟ 60 to 120 ਪੇजेस। ਜਿਹੜੇ ਨੋਵਲਾਸ ਹੁੰਦੇ ਨੇਗੇ ਉਹ 60 ਤੋਂ ਲੈ ਕੇ 120 ਪੇजेस ਦੇ ਆਸ-ਪਾਸ ਹੁੰਦੇ ਨੇ, ਹਾਰਡ ਐਂਡ ਫਾਸਟ ਨਹੀਂ, ਬਟ ਮੋਸਟਲੀ ਜਿਹੜੇ ਨੋਵਲਾਸ ਹੁੰਦੇ ਇੰਨੇ ਕੁ ਪੇजेस ਦੇ ਹੁੰਦੇ ਨੇ ਕਿ ਮਿਨੀਮਮ 60, ਮੈਕਸਿਮਮ 120 ਪੇजेस ਔਰ 7500 to 40,000 ਵਰਡਸ, ਜਾਂ ਕਿ ਲੋ 7500 ਤੋਂ ਲੈ ਕੇ 40,000 ਵਰਡ ਦੇ ਵਿਚਕਾਰ ਹੁੰਦਾ ਹੈਗਾ। Novelas are not as popular as novels because it is tough sell for a publishing company to charge the same price for a novella as they would for a long full length novel। ਨੋਵਲਾਸ ਨਾ ਜ਼ਿਆਦਾ ਪਪੂਲਰ ਨਹੀਂ ਹੈਗੇ। ਰੀਜ਼ਨ ਕੀ ਹੈ, ਇਕਨੋਮਿਕਲ ਹੈ ਰੀਜ਼ਨ, ਮੈਂ ਦੱਸਦਾ। ਕਿਉਂਕਿ ਨਾ ਚਾਹੇ ਨੋਵਲਾਸ ਹੋਣ ਚਾਹੇ ਨੋਵਲ ਹੋਣ, ਪ੍ਰਾਈਸ ਸੇਮ ਹੀ ਹੁੰਦਾ ਹੈਗਾ, ਕੋਈ ਬਾਹਲਾ ਫਰਕ ਨਹੀਂ ਹੁੰਦਾ। ਇਸੇ ਕਰਕੇ ਜਿਹੜੇ ਰੀਡਰਸ ਹੁੰਦੇ ਨੇਗੇ ਉਹ ਉਹਨਾਂ ਦੀ ਪ੍ਰੈਫਰੈਂਸ ਨੋਵਲਸ ਨੂੰ ਹੀ ਹੁੰਦੀ ਹੈਗੀ। Novelas are usually sold today as a single book that consists of several novellas from one author। ਹੁਣ ਅੱਜ ਕੱਲ੍ਹ ਪਤਾ ਕੀ ਚੱਲ ਰਿਹਾ ਹੈਗਾ, ਨੋਵਲਾਸ
ਦੇ ਵਿੱਚ ਕੀ ਹੁੰਦਾ, ਇੱਕ ਨੋਵਲਾਂ ਦੀ ਬੁੱਕ ਹੁੰਦੀ ਹੈਗੀ, ਉਹ ਐਕਚੁਅਲੀ ਕਲੈਕਸ਼ਨ ਹੁੰਦੀ ਹੈਗੀ, ਉਹ 'ਚ ਹੋਰ ਕਈ ਤਰ੍ਹਾਂ ਦੇ ਨੋਵਲਾਜ਼ ਹੁੰਦੇ ਨੇ ਛੋਟੇ ਛੋਟੇ, ਸੇਮ ਆਥਰ ਦੁਆਰਾ ਜਿਵੇਂ 5-6 ਨੋਵਲਸ ਲਿਖੇ ਗਏ ਉਹਨੂੰ ਇਕੱਠਾ ਕਰਕੇ ਕੰਪਾਈਲ ਕਰਕੇ ਕੋਈ ਬੁੱਕ ਬਣਾ, ਤੇ ਇਸ ਤਰ੍ਹਾਂ ਬੁੱਕ ਚੱਲ ਰਹੀ ਹੈ। ਨੋਵਲਾਜ਼ ਦੇ ਵਿੱਚ ਜਿਹੜੀ ਵੀ ਸੈਟਿੰਗ ਹੁੰਦੀ ਹੈ, ਕੈਰੈਕਟਰਸ ਹੁੰਦੇ ਨੇ, ਸਾਰੇ ਦੇ ਸਾਰੇ ਕਿਹਦੇ ਵਾਂਗ ਹੁੰਦੇ ਨੇਗੇ, ਸਾਰੇ ਨੋਵਲ ਦੇ ਵਾਂਗ ਹੁੰਦੇ ਨੇ। ਜਿਵੇਂ ਨੋਵਲ ਦੇ ਵਿੱਚ, ਜਿਵੇਂ ਨੋਵਲ ਦੇ ਵਿੱਚ ਪਲਾਟ ਹੁੰਦਾ, ਕੈਰੈਕਟਰਸ ਹੁੰਦੇ ਆ, ਸੈਟਿੰਗ ਹੁੰਦੇ, ਸਾਰਾ ਕੁਝ ਨੋਵਲ ਦੇ ਵਿੱਚ ਹੁੰਦਾ ਹੈਗਾ। ਨੋਵਲ ਜਿਹੜਾ ਹੁੰਦਾ ਹੈਗਾ ਉਹ ਉਹ ਜਿਹੜਾ ਹੁੰਦਾ ਸੋਸ਼ਲ ਵੀ ਹੋ ਸਕਦਾ ਹੈਗਾ, ਰੀਅਲਿਸਟਿਕ ਵੀ ਹੋ ਸਕਦਾ, ਇਕਨੋਮਿਕਲ ਵੀ ਹੋ ਸਕਦਾ, ਰਿਲੀਜੀਅਸ ਵੀ ਹੋ ਸਕਦਾ ਹੈਗਾ, ਉਵੇਂ ਹੀ ਇਹ ਵੀ ਹੋ ਸਕਦਾ ਹੈਗਾ, ਨੋਵਲ ਵੀ ਹੋ ਸਕਦਾ। ਫਰਕ ਕੀ ਆ ਕਿ ਨੋਵਲ ਦੇ ਕੋਲੇ ਲੈਂਥ ਦੀ ਖੁੱਲ੍ਹ ਹੁੰਦੀ, ਕਿੰਨਾ ਮਰਜ਼ੀ ਲੈਂਥ ਹੀ ਹੋ ਸਕਦਾ, ਪਰ ਨੋਵਲ ਆ ਲੈਂਥ ਹੀ ਨਹੀਂ ਹੋ ਸਕਦਾ। ਕੁਝ ਕੁ ਜਿਹੜੇ ਇੰਪੋਰਟੈਂਟ ਨੋਵਲਸ ਨੇ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿਵੇਂ ਓਲਡ ਮੈਨ ਐਂਡ ਦਾ ਸੀ, ਬੜਾ ਹੀ ਵਧੀਆ ਨੋਵਲ ਹੈ, ਅਰਨਸਟ ਹੈਮਿੰਗਵੇ ਅਮਰੀਕਨ ਰਾਈਟਰ ਨੇ ਲਿਖਿਆ ਹੋਇਆ ਹੈਗਾ। ਇੱਕ ਦ ਹਾਰਟ ਆਫ ਡਾਰਕਨੈਸ ਬਾਏ ਜੋਸਫ ਕੌਨਰਡ, ਬੜਾ ਐਕਲੇਮ ਹੋਇਆ ਨੋਵਲ ਹੈ, ਇਹ ਵੀ ਐਗਜ਼ਾਮਪਲ ਹੈ। 2 ਐਗਜ਼ਾਮਪਲ ਨੇ ਜਿਹੜੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ। ਸੋ ਇਹ ਕੁਝ ਟਰਮ ਸੀਗੀਆਂ ਜਿਹੜੀਆਂ ਕਿ ਆਪਾਂ ਹੁਣ ਡਿਸਕਸ ਕੀਤੀਆਂ, 4 ਟਰਮ ਸੀਗੀਆਂ। ਆਈ ਹੋਪ ਕਿ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਜੇ ਤੁਹਾਨੂੰ ਨਹੀਂ ਸਮਝ ਆਈਆਂ ਹੈਗੀਆਂ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ, ਆਪਣੇ ਜੋ ਡਾਊਟਸ ਨੇਗੇ ਉਹ ਕਲੀਅਰ ਕਰ ਸਕਦੇ ਹੋਗੇ। ਦੁਬਾਰਾ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟਰਮਸ ਦੇ ਨਾਲ। ਟਿਲ ਦੈਨ, ਆਲ ਦਾ ਵੈਰੀ ਵੈਰੀ ਬੈਸਟ। ਥੈਂਕ ਯੂ ਸੋ ਮਚ।